ਘਬਰਾਇਆ ਹੋਇਆ ਮੋਦੀ, ਨਰਵਸ ਮੋਦੀ। ਇੱਕ ਪਾਸੇ ਐਪਸਟਾਈਨ ਫਾਈਲ ਦੇ ਵਿੱਚੋਂ 7-8 ਈਮੇਲਾਂ ਨਿਕਲਦੀਆਂ ਨੇ ਕਿ ਕਿਵੇਂ ਉਹ ਮਿਲਿਆ ਹੀ ਜਾ ਕੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੂੰ ਐਪਸਟਾਈਨ ਦੇ ਕਹਿਣ ਤੋਂ ਬਾਅਦ, ਔਰ ਉਹਨਾਂ ਦਾ ਹਰਦੀਪ ਪੁਰੀ ਉਹ ਕਿਵੇਂ ਇਨ ਟੱਚ ਸੀ, ਉਹਦੀ ਕੀ ਕਮਿਊਨੀਕੇਸ਼ਨ ਸੀ। ਸੋ ਇੱਕ ਪਾਸੇ ਇਹ ਘਬਰਾਹਟ ਪੂਰੀ ਤਰ੍ਹਾਂ, ਔਰ ਹੋਰ ਉਹਨਾਂ ਦਾ ਕੀ ਨਿਕਲਣਾ। ਸੋ ਉਸ ਸਾਰੇ ਜਦੋਂ ਤੁਸੀਂ ਟਾਈਮ ਫਰੇਮ ਦੇਖਦੇ ਹੋ, ਉਹਦੇ 'ਚ ਅਸੀਂ ਇਹ ਕਿਹਾ ਸੀ ਕਿ ਵੀ ਇਹ ਮੋਦੀ ਦਾ ਕੰਪਲੀਟ ਸਰੈਂਡਰ ਹੈ, ਔਰ ਅਮਰੀਕਾ ਨੇ ਬਿਲਕੁਲ ਠੀਕ ਟਾਈਮਿੰਗ ਦੇ ਨਾਲ, ਔਰ ਟਰੰਪ ਨੇ ਬੜੇ ਫਖਰ ਨਾਲ ਆਪਣੇ ਉਸ ਟਵੀਟ 'ਚ ਕਿਹਾ ਕਿ ਵੀ ਭਾਰਤ ਨੇ ਇਹ ਇਕਰਾਰ ਕੀਤਾ ਵੀ ਕੋਈ ਰਸ਼ੀਅਨ ਆਇਲ ਨਹੀਂ ਖਰੀਦੇਗਾ। ਜ਼ਾਹਰ ਹੈ ਵੈਨਜ਼ੂਏਲਾ ਦੇ ਉੱਤੇ ਵੀ ਅਮਰੀਕਾ ਦਾ ਕੰਟਰੋਲ ਹੈ ਤੇ ਅਸੀਂ 18% ਕਰ ਰਹੇ ਹਾਂ, ਔਰ ਇੰਡੀਆ ਜਿਹੜੀ ਹੈ ਅਮਰੀਕਨ ਪ੍ਰੋਡਕਟਸ ਦੇ ਉੱਤੇ 0% ਟੈਰਿਫ ਹੋਏਗੀ। ਔਰ ਇਹ ਜਿਹੜਾ ਬੜੀ ਵੱਡੇ ਆ ਜਿਹੜਾ ਮਾਈ ਫਰੈਂਡ ਮੋਦੀ ਇਹ ਉਹ ਬਾਕੀ ਤਾਂ ਬਟਰਿੰਗ ਸੀ, ਪਰ ਉਸ ਦਾ ਤੱਤ ਸਾਰੇ ਸੀ, ਔਰ ਨਾਲ ਇਹ ਸੀ ਕਿ ਇਹ ਵੀ ਇਕਰਾਰ ਹੋਇਆ ਕਿ ਇੰਡੀਆ $500 ਬਿਲੀਅਨ ਅਮਰੀਕਾ ਦੇ ਵਿੱਚ ਇਨਵੈਸਟ ਕਰੇਗਾ। ਕਿ ਡੋਨਲਡ ਟਰੰਪ ਦਾ ਜਿਹੜਾ ਟਰੂਥ ਸੋਸ਼ਲ ਦੇ ਉੱਤੇ ਇਸ ਤੋਂ ਤਾਂ ਵੱਡਾ ਕੋਈ ਸਬੂਤ ਨਹੀਂ ਹੈ। ਜਾਂ ਉਹਨੂੰ ਡਿਨਾਈ ਕਰਦੇ ਕਿ ਨਹੀਂ ਅਸੀਂ 500 ਬਿਲੀਅਨ ਦਾ ਨਹੀਂ ਖਰੀਦਣਾ ਹੈ, ਅਸੀਂ 0% ਨਹੀਂ ਅਮਰੀਕਾ ਤੇ ਵੀ ਲਾਵਾਂਗੇ, ਜੇ 18% ਲਾਉਂਦੇ ਨੇ ਨਹੀਂ ਅਸੀਂ ਰੂਸ ਤੋਂ ਵੀ ਜਿਹੜਾ ਆਇਲ ਖਰੀਦਾਂਗੇ। ਕੋਈ ਜਵਾਬ ਨਹੀਂ। ਯੂਨੀਅਨ ਮਿਨਿਸਟਰਸ ਹੇਲ ਹਿਸਟੋਰਿਕ ਇੰਡੀਆ US ਟ੍ਰੇਡ ਡੀਲ, ਕਾਂਗਰਸ ਸੇਜ਼ ਪ੍ਰਾਈਮ ਮਿਨਿਸਟਰ ਹੈਜ਼ ਕੈਪੀਟੂਲੇਟਡ ਫਾਈਨਲੀ। ਉਹਨਾਂ ਦੀ ਧਿਰ ਕਹਿ ਰਹੀ ਹੈ ਜੀ ਜਿੱਤ ਗਏ, ਦੇਖੋ ਮੋਦੀ ਜੀ ਨੇ ਡੀਲ ਕਰ ਲਈ। ਕਾਂਗਰਸ ਕਹਿ ਰਹੀ ਹੈ ਵੀ ਇਹ ਮੋਦੀ ਨੂੰ ਫਸਾ ਲਿਆ, ਉਹਨਾਂ ਨੇ ਸਰੈਂਡਰ ਕਰਾਇਆ। ਇਹ ਹੁਣ ਉਹਨਾਂ ਦੇ ਇੰਡਸਟਰੀਅਲ ਸਾਰੇ ਉਹਨਾਂ ਦੇ ਬੰਦੇ ਨੇ, ਉਹ ਬਹੁਤ ਤਾਰੀਫ ਕਰ ਰਹੇ ਨੇ ਜੀ, ਬਹੁਤ ਵੱਡੀ ਡੀਲ ਅਸੀਂ ਕਰ ਲਈ। ਫਿਰ ਉਹਨਾਂ ਨੇ ਜਿਹੜਾ ਨਾਲ ਦੀ ਨਾਲ ਇਹ ਵੀ ਕਹਿਣਾ ਸ਼ੁਰੂ ਕਰਤਾ, ਇੰਪੋਰਟਸ ਕੈਨ ਨੈਵਰ ਬੀ ਫੁੱਲੀ ਐਲੀਮੀਨੇਟਡ डिफेंस सैक्टरी कि जी इंपोर्ट्स रहनगियां पर डील हो गई, असी जित गए। पीयूष गोयल पार्लियामेंट कह रहे हैं एग्रीकल्चरल डेयरी सैक्टर्स प्रोटेक्टेड इन इंडिया US ट्रेड डील कि असी प्रोटेक्ट किया। हालांकि मैं वो जड़ा वाइट हाउस की स्पोक्स परसन है उन्हें पिछले कल जो कहा है वो बिल्कुल जो ट्रंप ने कहा अपने उहदी तर्ज के उत्ते ही है। उहदे थल्ले तो एग्रीकल्चर सैक्टर भी खोल दिता उन्होंने भी $500 बिलियन इंडिया इन्वेस्ट करेगा इन्हां सैक्टर्स दे विच। और उहदी जिहड़ी एग्जैक्ट कोट अनकोट है उन्होंने कहा कि भी जी प्रेजिडेंट ट्रंप ने एक होर डील इंडिया नाल एक होर डील साइन की है जिहड़ी ऑबवियसली विद इंडिया। मोदी दे नाल उन्हां दी फोन दे उत्ते गलबात हुई, बहुत चंगी रिलेशनशिप है ट्रंप और मोदी दी। और इंडिया ने कमिट किया कि बिल्कुल वो रशियन ऑयल अगे तो नहीं बाय करेगा, यूनाइटेड स्टेट्स तो करेगा जां वेनेजुएला तो करेगा। और ये अमरीका नूं फायदा होएगा, अमेरिकन लोगों नूं फायदा होएगा। US डिस्क्राइब्ड दिस एज ए बिग विन। US कह रहे असीं बहुत वड्डी जित हासिल की है, वाइल नोटिंग दैट इंडिया विल कंटिन्यू टू कंट्रोल सर्टन की एरियाज दैट एंजॉय प्रोटेक्शन। उन्हें जिहड़ा US said India will lower tariffs on a vast array of American industrial and agriculture goods such as fruits, vegetables to 0%। ਹੁਣ ਅਮਰੀਕਾ ਦੇ ਫਰੂਟ ਖਾਣਗੇ ਇੰਡੀਆ ਵਾਲੇ, ਐਗਰੀਕਲਚਰ ਦਾ ਕੀ ਹਾਲ ਹੋਏਗਾ ਉਹ ਬਾਅਦ ਨਜ਼ਰ ਆਏਗਾ। ਕਿ ਰਸ਼ੀਆ ਦਾ ਸਪੋਕਸਮੈਨ ਕ੍ਰੈਮਲਿਨ ਉਹਨਾਂ ਦਾ ਜਿਹੜਾ ਕੈਪੀਟਲ ਹੈ ਉਹ ਰਸ਼ੀਆ ਹੈਜ਼ ਨਾਟ ਰਿਸੀਵਡ ਐਨੀ ਮੈਸੇਜ ਫਰਮ ਇੰਡੀਆ ਅਬਾਊਟ ਸਟਾਪਿੰਗ ਆਇਲ ਪਰਚੇਜ਼ਸ। ਕ੍ਰੈਮਲਿਨ ਸਪੋਕਸਮੈਨ ਰਸ਼ੀਆ ਨੇ ਡੰਡਾ ਚੁੱਕ ਲਿਆ ਕਿ ਬਈ ਤੁਸੀਂ ਕਹਿ ਆਏ ਹੋ ਕਿ ਵੀ ਰਸ਼ੀਅਨ ਆਇਲ ਨਹੀਂ ਖਰੀਦਣਾ, ਕਹਿੰਦੇ ਸਾਨੂੰ ਤਾਂ ਅਜੇ ਤੱਕ ਦੱਸਿਆ ਨਹੀਂ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਘੇਰ ਕੇ ਜਿਹੜਾ ਗੋਡੇ ਹੀ ਨਹੀਂ ਲਵਾਏ ਹੈ, ਨੱਕ ਰਗੜਾਇਆ, ਔਰ ਇਹ ਬਹੁਤ ਘਾਟੇ ਦਾ ਸੌਦਾ ਹੈ। ਇਹ ਗੱਲ ਅਗੇਨ ਸ਼ੋ ਕਰਦੀ ਹੈ ਕਿ ਜਿਹੜੀ ਟਰੂਥ ਸਾਹਮਣੇ ਨਜ਼ਰ ਆ ਰਹੀ ਹੁੰਦੀ ਹੈ ਟਰੰਪ ਨੇ ਕਲੀਅਰ ਕੀਤਾ, ਉਹ ਵਧਾਈਆਂ ਦੇ ਰਿਹਾ ਹੈ, ਉਹਨਾਂ ਦੀ ਵਾਈਟ ਹਾਊਸ ਉਹਨੂੰ ਕਲੀਅਰ ਕਰ ਰਿਹਾ ਹੈ, ਟ੍ਰੇਡ ਰਿਪਰੈਜ਼ੈਂਟੇਟਿਵ ਕਲੀਅਰ ਕਰ ਰਿਹਾ, ਐਗਰੀਕਲਚਰ ਸੈਕਟਰੀ ਕਰ ਰਿਹਾ, ਪਰ ਉਹ ਉੱਥੇ ਢੋਲ ਵਜਾ ਕੇ ਕਹਿ ਰਹੇ ਨੇ ਵੀ ਜਿੱਤ ਗਏ, ਬਹੁਤ ਜ਼ਬਰਦਸਤ ਡੀਲ ਕਰਤੀ ਮੋਦੀ ਨੇ, ਇਤਿਹਾਸਕ ਡੀਲ ਕਰਤੀ। ਹਿਸਟੋਰੀਕਲ ਸਰੈਂਡਰ ਦੇ ਤੌਰ ਦੇ ਉੱਤੇ ਇਹ ਡੀਲ ਜਾਣੀ ਜਾਏਗੀ। व्यूअर्स वेलकम बैक ऑन प्रोग्राम। सो इस गलबात करन जा रहे हैं कि प्रेजिडेंट ट्रंप ने अपने ट्रूथ सोशल राਹੀਂ ਭਾਰਤ ਨਾਲ ਡੀਲ ਹੋਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਹੁਣ ਭਾਰਤ ਰੂਸ ਤੋਂ ਤੇਲ ਬਿਲਕੁਲ ਨਹੀਂ ਖਰੀਦੇਗਾ ਅਤੇ $500 ਬਿਲੀਅਨ ਦੀ ਜਿਹੜੀ ਅਮਰੀਕਾ ਵਿੱਚ ਇਨਵੈਸਟਮੈਂਟ ਕਰੇਗਾ।
ਸੋ ਭਾਰਤੀ ਲੀਡਰਾਂ ਵੱਲੋਂ ਇਸ ਨੂੰ ਵੱਡੀ ਕਾਮਯਾਬੀ ਦੱਸਣ ਦਾ ਝੂਠ ਜਿਹੜਾ ਬਾਰ-ਬਾਰ ਬੋਲਿਆ ਜਾ ਰਿਹਾ ਹੈ ਔਰ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਵੱਲੋਂ ਟਰੰਪ ਵੱਲੋਂ ਦਿੱਤੇ ਬਿਆਨੀਆਂ ਨੂੰ ਦੁਹਰਾਇਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? 20ਵੀਂ ਸਦੀ ਦੇ ਵੱਡੇ ਸਿੱਖ ਫਿਲਾਸਫਰ ਸਰ ਕਪੂਰ ਸਿੰਘ, ਉਹਨਾਂ ਦੀ ਜ਼ਬਾਨੀ ਮੈਂ ਇਹ ਵਾਕਿਆ ਸੁਣਿਆ। ਉਹ ਅਕਸਰ ਬਿਆਨਦੇ ਸੀ ਕਿ ਵੀ ਕਿਵੇਂ ਬ੍ਰਾਹਮਣਵਾਦੀਆਂ ਨੇ ਸ਼ੰਕਰਾ ਦੇ ਜ਼ਮਾਨੇ 'ਚ, ਜਿਹਨੂੰ ਬਾਅਦ ਦੇ ਵਿੱਚ ਸ਼ੰਕਰਾ ਆਚਾਰੀਆ ਕਿਹਾ ਗਿਆ, ਗ੍ਰੇਟ ਟੀਚਰ, ਕਿਵੇਂ ਬੁੱਧ ਧਰਮ ਦਾ ਸ਼ਾਸਤਰ ਤੇ ਸ਼ਸਤਰ, ਇਹਨਾਂ ਦੋ ਹਥਿਆਰਾਂ ਦੀ ਵਰਤੋਂ ਕਰਕੇ ਕਿਵੇਂ ਬੁੱਧ ਧਰਮ ਦਾ ਖਾਤਮਾ ਕੀਤਾ ਗਿਆ। ਹੁਣ ਸ਼ਾਸਤਰ ਜਦੋਂ ਲਫ਼ਜ਼ ਅਸੀਂ ਕਹਿੰਦੇ ਹਾਂ ਤੇ ਇਹਨੂੰ ਸ਼ਾਸਤਰਾਰਥ ਨਾਲ ਜੋੜਿਆ ਜਾਂਦਾ ਹੈ। ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਡਿਬੇਟ ਹੁੰਦੀ ਸੀ ਕਿ ਵੀ ਜਿਹੜੇ ਵੀ ਦੋ ਵਿਊ ਪੁਆਇੰਟ ਵਾਲੇ ਸਕਾਲਰ ਨੇ ਉਹ ਪਬਲਿਕ ਡਿਬੇਟ ਕਰਦੇ ਸੀ ਕਿ ਵੀ ਤੁਸੀਂ ਇੱਕ ਸਵਾਲ ਪੁੱਛਿਆ ਜਾਂਦਾ ਹੈ, ਉਹ ਉਹਦਾ ਜਵਾਬ ਦਿੰਦਾ ਹੈ, ਉਹਦਾ ਦਿੰਦਾ ਹੈ। ਲੋਕ ਜਿਹੜੇ ਨੇ ਉਹ ਦੇਖ ਰਹੇ ਨੇ ਔਰ ਇਵੈਂਚੁਅਲੀ ਜਿਹੜਾ ਜਿਹਦੀ ਦਲੀਲ ਦੇ ਸਾਹਮਣੇ, ਕਿਉਂਕਿ ਉਹ ਇੱਕ ਇਮਾਨਦਾਰ ਤਰੀਕਾ ਸੀ ਕਿ ਵੀ ਤੁਸੀਂ ਹੁਣ ਜਿਵੇਂ ਇੱਥੇ ਕੋਰਟ ਰੂਮਸ ਦੇ ਵਿੱਚ ਵਕੀਲਾਂ ਦੀ ਗਵਾਹੀਆਂ, ਉਹ ਤਾਂ ਜਾਂ ਵਕੀਲਾਂ ਦੀ ਜਿਹੜੀ ਵਜ਼ਾਹਤ ਹੈ ਜਾਂ ਵਕਾਲਤ ਹੈ, ਉਹ ਵੀ ਕਾਨੂੰਨ ਦੇ ਦਾਇਰੇ 'ਚ ਹੁੰਦੀ ਹੈ ਵੀ ਇਹ ਸਾਬਤ ਕਰਨ ਦੇ ਲਈ ਵੀ ਕਿਹੜੀ ਗੱਲ ਗੈਰ ਕਾਨੂੰਨੀ ਹੋਈ ਹੈ, ਕਿਹੜੀ ਕਾਨੂੰਨੀ ਹੋਈ ਹੈ। ਇਹ ਵੱਖਰੀ ਕਹਾਣੀ ਹੈ ਕਿ ਉਹਦੇ 'ਚ ਕਿਹਦੀ ਕਾਬਲੀਅਤ ਹੈ ਜਾਂ ਕਿੱਥੇ ਝੂਠ ਚੱਲਿਆ ਜਾਂ ਨਹੀਂ ਚੱਲਿਆ। ਲੇਕਿਨ ਜਿਹੜੇ ਵੀ ਸਜ਼ਾਵਾਂ ਹੁੰਦੀਆਂ ਨੇ ਜਾਂ ਅਦਾਲਤਾਂ ਨੇ, ਉਹ ਤਾਂ ਬੇਸਿਕਲੀ ਕਨਸਟੀਟਿਊਸ਼ਨ ਦੀ ਇੰਟਰਪ੍ਰੀਟੇਸ਼ਨ ਹੀ ਹੁੰਦੀ ਹੈ ਕਿਸੇ ਵੀ ਜੁਰਮ ਦੀ ਸਜ਼ਾ ਦੇਣ ਦੇ ਲਈ। ਸੋ ਇਹ ਧਾਰਮਿਕ ਸ਼ਾਸਤਰਾਰਥ ਸੀ ਧਰਮਾਂ ਦੀ ਦੁਨੀਆ ਦੇ ਵਿੱਚ। ਫਿਰ ਇਹ ਹੁੰਦਾ ਸੀ ਵੀ ਜਿਹਦੇ ਸਾਹਮਣੇ ਡਿਫੀਟ ਹੋ ਗਿਆ, ਜਿਹਦਾ ਆਰਗੂਮੈਂਟ ਕਮਜ਼ੋਰ ਹੈ, ਜਿਸ ਦੀ ਦਲੀਲ ਦੇ ਸਾਹਮਣੇ ਦੂਜੀ ਦਲੀਲ ਨਹੀਂ ਟਿਕੀ, ਉਹ ਆਪਣੀ ਹਾਰ ਮੰਨ ਲੈਂਦਾ ਸੀ ਔਰ ਉਹਦੇ ਮਤ ਨੂੰ ਫਿਰ ਉਹ ਸਵੀਕਾਰ ਕਰ ਲੈਂਦਾ ਸੀ। ਔਰ ਬਹੁਤ ਵਾਰ ਆਪਣੀਆਂ ਕਿਤਾਬਾਂ ਜਾਂ ਆਪਣੇ ਜੋ ਵੀ ਸ਼ਾਸਤਰ ਜਾਂ ਧਰਮ ਗ੍ਰੰਥ ਜਾਂ ਜਿਹਦਾ ਉਹ ਪਹਿਲਾਂ ਫਾਲੋਅਰ ਸੀ, ਉਹਨੂੰ ਵੀ ਦੂਜੇ ਦੇ ਹਵਾਲੇ ਕਰ ਦਿੰਦਾ ਸੀ। ਹੁਣ ਸ਼ੰਕਰਾ ਔਰ ਇਹ ਅੱਜ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਵੀ ਈਵਨ ਜਿਹੜੀ ਸੋ ਕਾਲਡ ਟ੍ਰੇਡ ਡੀਲ ਹੋਈ, ਅਜੇ ਤੱਕ ਉਹਦਾ ਕੋਈ ਜਿਹੜੀ ਹੈ ਉਹ ਡੀਟੇਲ ਵੀ ਸਾਹਮਣੇ ਨਹੀਂ ਹੈ, ਕੋਈ ਦਸਤਖਤ ਵੀ ਨਹੀਂ ਹੋਏ, ਦੂਜੇ ਨਹੀਂ। ਸਾਨੂੰ ਸਭ ਤੋਂ ਪਹਿਲਾਂ ਤਾਂ ਪ੍ਰੈਜ਼ੀਡੈਂਟ ਟਰੰਪ ਦਾ ਹੀ ਜਿਹੜਾ ਟਰੂਥ ਸੋਸ਼ਲ ਦੇ ਉੱਤੇ ਉਹਨਾਂ ਦੀ ਲਿਖਤ ਤੋਂ ਪਤਾ ਲੱਗਾ ਔਰ ਉਸ ਤੋਂ ਬਾਅਦ ਮੋਦੀ ਨੇ ਵੀ ਬੜੀਆਂ ਵਧਾਈਆਂ, 1 ਬਿਲੀਅਨ 400 ਮਿਲੀਅਨ ਲੋਕਾਂ ਵੱਲੋਂ ਸ਼ੁਕਰੀਆ ਅਦਾ ਕੀਤਾ ਕਿ ਵਰਲਡ ਪੀਸ ਲਈ ਤੁਸੀਂ ਬਹੁਤ ਹੋ, ਕੀ ਹੋ। ਹੁਣ ਜਿਹੜੀ ਗੱਲ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਉਸ ਟਰੂਥ ਸੋਸ਼ਲ ਦੇ ਵਿੱਚ ਲਿਖੀ, ਅਸੀਂ ਪਰਸੋਂ ਦੇ ਆਪਣੇ ਪ੍ਰੋਗਰਾਮ ਜਿਹੜਾ ਸਾਡਾ ਲੀਡ ਸੈਗਮੈਂਟ ਸੀ ਉਹਦੇ 'ਚ ਅਸੀਂ ਇਹ ਦੱਸਿਆ ਕਿ ਵੀ ਘਬਰਾਇਆ ਹੋਇਆ ਮੋਦੀ, ਨਰਵਸ ਮੋਦੀ, ਇੱਕ ਪਾਸੇ ਐਪਸਟਾਈਨ ਫਾਈਲ ਦੇ ਵਿੱਚੋਂ 7-8 ਈਮੇਲਾਂ ਨਿਕਲਦੀਆਂ ਨੇ ਕਿ ਕਿਵੇਂ ਉਹ ਮਿਲਿਆ ਹੀ ਜਾ ਕੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੂੰ ਐਪਸਟਾਈਨ ਦੇ ਕਹਿਣ ਤੋਂ ਬਾਅਦ, ਔਰ ਉਹਨਾਂ ਦਾ ਹਰਦੀਪ ਪੁਰੀ ਉਹ ਕਿਵੇਂ ਇਨ ਟੱਚ ਸੀ, ਉਹਦੀ ਕੀ ਕਮਿਊਨੀਕੇਸ਼ਨ ਸੀ। ਸੋ ਇੱਕ ਪਾਸੇ ਇਹ ਘਬਰਾਹਟ ਪੂਰੀ ਤਰ੍ਹਾਂ ਔਰ ਹੋਰ ਉਹਨਾਂ ਦਾ ਕੀ ਨਿਕਲਣਾ। ਸੋ ਉਸ ਸਾਰੇ ਜਦੋਂ ਤੁਸੀਂ ਟਾਈਮ ਫਰੇਮ ਦੇਖਦੇ ਹੋ ਉਹਦੇ 'ਚ ਅਸੀਂ ਇਹ ਕਿਹਾ ਸੀ ਕਿ ਵੀ ਇਹ ਮੋਦੀ ਦਾ ਕੰਪਲੀਟ ਸਰੈਂਡਰ ਹੈ ਔਰ ਅਮਰੀਕਾ ਨੇ ਬਿਲਕੁਲ ਠੀਕ ਟਾਈਮਿੰਗ ਦੇ ਨਾਲ ਔਰ ਟਰੰਪ ਨੇ ਬੜੇ ਫਖਰ ਨਾਲ ਆਪਣੇ ਉਸ ਟਵੀਟਸ ਕਿਹਾ ਕਿ ਵੀ ਭਾਰਤ ਨੇ ਇਹ ਇਕਰਾਰ ਕੀਤਾ ਵੀ ਕੋਈ ਰਸ਼ੀਅਨ ਆਇਲ ਨਹੀਂ ਖਰੀਦੇਗਾ। ਅਸੀਂ 25% ਤੋਂ ਘਟਾ ਕੇ ਉਹਨਾਂ ਦੀ ਟੈਰਿਫ 18% ਕਰ ਰਹੇ ਹਾਂ ਔਰ ਇਹ ਜਿਹੜਾ ਹੈ ਨਾ ਉਹ ਰਸ਼ੀਅਨ ਆਇਲ ਲਏਗਾ, ਅਮਰੀਕਨ ਆਇਲ ਲਏਗਾ ਜਾਂ ਵੈਨਜ਼ੂਏਲਾ ਦਾ ਆਇਲ। ਜ਼ਾਹਰ ਹੈ ਵੈਨਜ਼ੂਏਲਾ ਦੇ ਉੱਤੇ ਵੀ ਅਮਰੀਕਾ ਦਾ ਕੰਟਰੋਲ ਹੈ ਤੇ ਅਸੀਂ 18% ਕਰ ਰਹੇ ਹਾਂ ਔਰ ਇੰਡੀਆ ਜਿਹੜੀ ਹੈ ਅਮਰੀਕਨ ਪ੍ਰੋਡਕਟਸ ਦੇ ਉੱਤੇ 0% ਟੈਰਿਫ ਹੋਏਗੀ। ਔਰ ਇਹ ਜਿਹੜਾ ਬੜੀ ਵੱਡੇ ਜਿਹੜਾ ਮਾਈ ਫਰੈਂਡ ਮੋਦੀ ਉਹ ਬਾਕੀ ਤਾਂ ਬਟਰਿੰਗ ਸੀ, ਪਰ ਉਸ ਦਾ ਤੱਤ ਸਾਰੇ ਸੀ ਔਰ ਨਾਲ ਇਹ ਸੀ ਕਿ ਇਹ ਵੀ ਇਕਰਾਰ ਹੋਇਆ ਕਿ ਇੰਡੀਆ $500 ਬਿਲੀਅਨ ਅਮਰੀਕਾ ਦੇ ਵਿੱਚ ਇਨਵੈਸਟ ਕਰੇਗਾ। ਹੁਣ ਆਮ ਬੰਦੇ ਨੂੰ ਵੀ ਸਮਝ ਆਉਂਦੀ ਸੀ ਵੀ ਔਰ ਉਹਨੂੰ ਜੇ ਮੋਦੀ ਸ਼ੁਕਰੀਆ ਕਰ ਰਿਹਾ ਔਰ ਦੂਜਾ ਕਰ ਰਿਹਾ ਦਾ ਮਤਲਬ ਹੈ ਵੀ ਜੋ ਟਰੰਪ ਨੇ ਕਿਹਾ ਉਹ ਠੀਕ ਹੈ। ਹੁਣ ਜਿਹੜੇ ਐਕਸਪਰਟ ਜਾਂ ਐਨਾਲਿਸਟ ਨੇ ਉਹ ਕਹਿੰਦੇ ਨੇ ਵੀ $42 ਬਿਲੀਅਨ ਦਾ ਹੁਣ ਦੇ ਇਸ ਡੀਲ ਤੋਂ ਪਹਿਲਾਂ ਜੋ ਪਿਛਲੇ ਸਾਲਾਂ 'ਚ ਰਿਹਾ, ਇੰਡੀਆ ਨੂੰ ਜਿਹੜਾ ਉਹ ਇੰਡੀਆ ਦੇ ਹੱਕ 'ਚ ਸੀ ਕਿ ਐਕਸਟਰਾ $42 ਬਿਲੀਅਨ ਦੀ ਟ੍ਰੇਡ ਉਹ ਕਰਦਾ ਅਮਰੀਕਾ ਨਾਲ। ਉਹਨਾਂ ਨੇ ਕਿਹਾ ਵੀ ਜੇ $500 ਬਿਲੀਅਨ ਇੰਡੀਆ ਨੇ ਇਨਵੈਸਟ ਕਰਨਾ ਹੈ ਅਮਰੀਕਾ 'ਚ ਤੇ 40 ਨੂੰ ਤੁਸੀਂ
ਜਿਹੜਾ ਉਹ 15 ਨਾਲ ਜਰਬ ਦਿਓ ਤੇ ਫਿਰ ਜਾ ਕੇ ਉਹਨਾਂ ਪੀਰੀਅਡ ਬਣਦਾ ਕਿ ਵੀ ਉਹਨਾਂ ਦਾ ਫਾਇਦਾ ਨਹੀਂ ਸੀ ਜਿੰਨਾ ਕਿ ਇੰਨਾ ਕੁ ਇਨਵੈਸਟ ਕਰਨ ਦਾ। ਤੇ ਜੇ ਆਇਲ ਰਸ਼ੀਆ ਤੋਂ ਨਹੀਂ ਲੈਣਾ ਜਿਹੜਾ ਚੀਪਰ ਸੀ, ਸਬਸਿਡਾਈਜ਼ ਸੀ, ਤੇ ਉਹਨਾਂ ਦੀ ਇਕਨੋਮੀ ਇੰਡੀਆ ਦੀ ਕਿੱਥੇ ਜਾਏਗੀ। ਔਰ ਜਿਵੇਂ ਸੈਲੀਬ੍ਰੇਟ ਕੀਤਾ ਟਰੰਪ ਨੇ ਕਿ ਭਾਈ ਹੁਣ ਖੁੱਲ ਗਿਆ ਅਮਰੀਕਨ ਚੀਜ਼ਾਂ ਤੇ ਜ਼ੀਰੋ ਟੈਰਿਫ ਹੋਏਗਾ ਕਿ ਵੀ ਇਹ ਤਾਂ ਕੰਪਲੀਟ ਸਰੈਂਡਰ ਹੈ। ਲੇਕਿਨ ਜਿਵੇਂ ਮੈਂ ਉਹ ਧਾਰਮਿਕ ਸ਼ਾਸਤਰਾਰਥ ਦੀ ਗੱਲ ਕੀਤੀ ਔਰ ਸਰ ਕਪੂਰ ਸਿੰਘ ਹੋਰਾਂ ਨੇ ਬਿਆਨਿਆ ਕਿ ਵੀ ਨਾਲ ਦੀ ਨਾਲ ਉਹਦੇ ਜਿਹੜੀ ਹੈ ਇੱਕ ਪੂਰੀ ਫੌਜ ਜਿਹੜੇ ਹਿੰਦੂ ਰਾਜੇ ਸੀ ਉਹਨਾਂ ਨੇ ਵੀ ਦਿੱਤੀ ਸੀ ਸ਼ੰਕਰਾਂ ਨੂੰ, ਨਾਲ ਦੀ ਨਾਲ ਬੋਧੀਆਂ ਦਾ ਘਾਣ ਵੀ, ਹਜ਼ਾਰਾਂ ਨੂੰ ਮਾਰਨਾ, ਉਹਨਾਂ ਦੀਆਂ ਮੋਨੈਸਟਰੀਜ਼, ਮੱਠ, ਸਤੂਪੇ, ਉਹਨਾਂ ਦੇ ਉੱਤੇ ਕਬਜ਼ੇ। ਪਰ ਜਦੋਂ ਉਹ ਲੰਕਾ ਆਇਆ ਔਰ ਉਹਦੇ 'ਚ ਡਿਬੇਟ ਹੋਈ, ਬੌਧੀ ਭਿਕਸ਼ੂ ਉਹਨਾਂ ਦੇ ਆਏ ਵੱਡੇ ਵੱਡੇ ਔਰ ਦੂਜੇ, ਤੇ ਉਹਨਾਂ ਨੇ ਜਦੋਂ ਡਿਬੇਟ ਹੋਈ ਤੇ ਸ਼ੰਕਰਾ ਜਿਹੜਾ ਉਹ ਨਿਰੁੱਤਰ ਹੋ ਗਿਆ। ਸ਼ੰਕਰਾਚਾਰੀ ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਲੇਕਿਨ ਉਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਪਤਾ ਸੀ ਕਿ ਵੀ ਇੱਥੇ ਉਹਨਾਂ ਦੇ ਬਹੁਤ ਵੱਡੇ ਸਕਾਲਰ ਬੈਠੇ ਨੇ ਬੋਧੀਆਂ ਦੇ, ਕਾਠਮੰਡੂ 'ਚ, ਨੇਪਾਲ ਦੇ ਵਿੱਚ ਵੀ ਔਰ ਇਹ ਲੰਕਾ 'ਚ ਵੀ। ਇੱਥੇ ਉਹਨਾਂ ਨੇ ਪਹਿਲਾਂ ਹੀ ਆਪਣੀ ਵੱਡੀ ਭੀੜ ਇਕੱਠੀ ਕੀਤੀ ਹੋਈ ਸੀ। ਜਿਉਂ ਹੀ ਸ਼ੰਕਰਾ ਜਿਹੜਾ ਲਾਜਵਾਬ ਹੋਇਆ, ਨਿਰੁੱਤਰ ਹੋਇਆ, ਤੇ ਉਹਨਾਂ ਨੇ ਰੌਲਾ ਪਾ ਦਿੱਤਾ ਕਿ ਜੀ ਆਚਾਰੀਆ ਜੀ ਜੀਤ ਗਏ, ਆਚਾਰੀਆ ਜੀ ਜੀਤ ਗਏ, ਹੁੜਦਮ ਮਚਾ ਦਿੱਤਾ, ਦੂਸਰਾ ਕਰਤਾ। ਉਹ ਜਿਹੜੀ ਦੂਸਰੀ ਸੇਨਰ ਆਵਾਜ਼ ਸੀ ਉਹਨੂੰ ਸਾਇਲੈਂਟ ਕਰਤਾ। ਹਾਲਾਂਕਿ ਉੱਥੋਂ ਵਾਪਸ ਮੁੜ ਆਇਆ, ਉੱਥੋਂ ਉਹਨੂੰ ਮੁੜਨਾ ਪਿਆ ਵਾਪਸ, ਇਸ ਲਈ ਸ੍ਰੀਲੰਕਾ ਦੇ ਵਿੱਚ ਬੁੱਧ ਧਰਮ ਬਚ ਗਿਆ। ਹੁਣ ਸਰ ਕਪੂਰ ਸਿੰਘ ਹੋਰਾਂ ਦੀ ਇੰਟਰਪ੍ਰੀਟੇਸ਼ਨ ਹੈ। ਸੋ ਮੈਂ ਇਹ ਦੇਖਦਾ ਹਾਂ ਕਿ ਵੀ ਇਹੀ ਪਾਰਟ ਅਸੀਂ ਤਾਂ ਪਹਿਲੇ ਦਿਨ ਸਾਡੇ ਸਾਹਮਣੇ ਤਾਂ ਕਮਿੰਗ ਫਰੋਮ ਦਾ ਹਾਰਸ ਮਾਊਥ ਕਿ ਡੋਨਲਡ ਟਰੰਪ ਦਾ ਜਿਹੜਾ ਟਰੂਥ ਸੋਸ਼ਲ ਦੇ ਉੱਤੇ ਇਸ ਤੋਂ ਤਾਂ ਵੱਡਾ ਕੋਈ ਸਬੂਤ ਨਹੀਂ ਹੈ। ਜਾਂ ਉਹਨੂੰ ਡਿਨਾਈ ਕਰਦੇ ਕਿ ਨਹੀਂ 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 ਅਸੀਂ 500 ਬਿਲੀਅਨ ਦਾ ਨਹੀਂ ਖਰੀਦਣਾ ਹੈ, ਅਸੀਂ 0% ਨਹੀਂ ਅਮਰੀਕਾ ਤੇ ਵੀ ਲਾਵਾਂਗੇ, ਜੇ 18% ਲਾਉਂਦੇ ਨੇ ਨਹੀਂ ਨਹੀਂ ਅਸੀਂ ਰੂਸ ਤੋਂ ਵੀ ਜਿਹੜਾ ਉਹ ਆਇਲ ਖਰੀਦਾਂਗੇ। ਕੋਈ ਜਵਾਬ ਨਹੀਂ। ਪਰ ਤੁਸੀਂ ਇਹਨਾਂ ਦਾ ਸਟਾਈਲ ਦੇਖੋ ਕਿ ਵੀ ਉੱਥੇ ਸਾਰਿਆਂ ਨੇ ਸਣੇ ਉਹਦੀ ਕੈਬਨਿਟ ਦੇ ਉਹਨਾਂ ਦੇ ਰੌਲਾ ਪਾ ਦਿੱਤਾ, ਮੋਦੀ ਜੀ ਜੀਤ ਹੋ ਗਈ ਟ੍ਰੇਡ ਡੀਲ, ਵਧਾਈਆਂ। ਇਤਿਹਾਸਕ ਹਿਸਟੋਰੀਕਲ ਮੈਂ ਘੱਟੋ ਘੱਟ 10 ਸਟੋਰੀਜ਼ ਕੱਢੀਆਂ ਨੇ ਜਿਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਈ ਕਿਵੇਂ ਯੂਨੀਅਨ ਮਿਨਿਸਟਰਸ ਹੇਲ ਹਿਸਟੋਰਿਕ ਇੰਡੀਆ US ਟ੍ਰੇਡ ਡੀਲ, ਕਾਂਗਰਸ ਸੇਜ਼ ਪ੍ਰਾਈਮ ਮਿਨਿਸਟਰ ਹੈਜ਼ ਕੈਪੀਟੂਲੇਟਡ ਫਾਈਨਲੀ। ਉਹਨਾਂ ਦੀ ਧਿਰ ਕਹਿ ਰਹੀ ਹੈ ਜੀ ਜਿੱਤ ਗਏ, ਦੇਖੋ ਮੋਦੀ ਜੀ ਨੇ ਡੀਲ ਕਰ ਲਈ। ਕਾਂਗਰਸ ਕਹਿ ਰਹੀ ਹੈ ਵੀ ਇਹ ਮੋਦੀ ਨੂੰ ਫਸਾ ਲਿਆ, ਉਹਨਾਂ ਨੇ ਸਰੈਂਡਰ ਕਰਾਇਆ। ਇੰਡੀਅਨ ਅਮਰੀਕਨ ਇੰਡਸਟਰੀ ਬਾਡੀਜ਼ ਐਂਡ ਲੀਡਰਸ ਲਾਰਡ ਇੰਡੀਆ US ਟੈਰਿਫ ਡੀਲ। ਉਹਨਾਂ ਨੇ ਜਿਹੜੇ ਹੁਣ ਉਹਨਾਂ ਦੇ ਇੰਡਸਟਰੀਅਲ ਸਾਰੇ ਉਹਨਾਂ ਦੇ ਬੰਦੇ ਨੇ, ਉਹ ਬਹੁਤ ਤਾਰੀਫ ਕਰ ਰਹੇ ਨੇ ਜੀ, ਬਹੁਤ ਵੱਡੀ ਡੀਲ ਅਸੀਂ ਕਰ ਰਹੇ। ਫਿਰ ਉਹਨਾਂ ਨੇ ਜਿਹੜਾ ਨਾਲ ਦੀ ਨਾਲ ਇਹ ਵੀ ਕਹਿਣਾ ਸ਼ੁਰੂ ਕਰਤਾ ਇੰਪੋਰਟਸ ਕੈਨ ਨੈਵਰ ਬੀ ਫੁੱਲੀ ਐਲੀਮੀਨੇਟਡ ਡਿਫੈਂਸ ਸੈਕਟਰੀ ਕਿ ਜੀ ਇੰਪੋਰਟਸ ਰਹਿਣਗੀਆਂ ਪਰ ਡੀਲ ਹੋ ਗਈ, ਅਸੀਂ ਜਿੱਤ ਗਏ। ਫਿਰ ਜੈ ਸ਼ੰਕਰ ਰੂਬੀਓ ਵੈਲਕਮ ਟ੍ਰੇਡ ਡੀਲ, ਡਿਸਕਸ ਕ੍ਰਿਟੀਕਲ ਮਿਨਰਲਸ। ਅਗਲੇ ਦਿਨ ਮਿਨਰਲਸ ਦੇ ਮੁੱਦੇ 'ਤੇ ਵਾਸ਼ਿੰਗਟਨ ਦੇ ਵਿੱਚ ਜਿਹੜੀ ਹੈ ਉਹ ਇੱਕ ਕਨਕਲੇਵ ਸੱਦੀ ਹੋਈ ਸੀ। ਰੂਬੀਓ ਨੇ, ਸੈਕਟਰੀ ਆਫ ਸਟੇਟ ਨੇ, ਜੈ ਸ਼ੰਕਰ ਪਹੁੰਚ ਗਿਆ, ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਨੇ ਜੀ ਡੀਲ ਹੋ ਗਈ। ਔਰ ਨਾਲ ਦੀ ਨਾਲ ਉਹ ਪਿਊਸ਼ ਗੋਇਲ ਪਾਰਲੀਮੈਂਟ 'ਚ ਕਹਿ ਰਿਹਾ ਐਗਰੀਕਲਚਰਲ ਡੇਅਰੀ ਸੈਕਟਰਸ ਪ੍ਰੋਟੈਕਟਡ ਇਨ ਇੰਡੀਆ US ਟ੍ਰੇਡ ਡੀਲ ਕਿ ਅਸੀਂ ਪ੍ਰੋਟੈਕਟ ਕੀਤੇ। ਹਾਲਾਂਕਿ ਮੈਂ ਉਹ ਜਿਹੜਾ ਵਾਈਟ ਹਾਊਸ ਦੀ ਸਪੋਕਸਪਰਸਨ ਹੈ ਉਹਨੇ ਪਿਛਲੇ ਕੱਲ੍ਹ ਜੋ ਕਿਹਾ ਹੈ ਉਹ ਬਿਲਕੁਲ ਜੋ ਟਰੰਪ ਨੇ ਕਿਹਾ ਆਪਣੇ ਉਹਦੀ ਤਰਜ਼ ਦੇ ਉੱਤੇ ਹੀ ਹੈ। ਉਹਦੇ ਥੱਲੇ ਤਾਂ ਐਗਰੀਕਲਚਰ ਸੈਕਟਰ ਵੀ ਖੋਲ੍ਹ ਦਿੱਤਾ ਉਹਨਾਂ ਨੇ। ਫਿਰ ਉਹਨਾਂ ਨੇ ਆਪੋਜੀਸ਼ਨ MPs ਇਨ ਰਾਜ ਸਭਾ ਕੁਐਸਚਨ ਸੈਂਟਰ ਓਵਰ ਇੰਡੀਆ US ਟ੍ਰੇਡ ਡੀਲ, ਖੜਗੇ ਵਾਰਨ ਸੈਂਟਰ ਆਫ ਮੈਸਿਵ ਫਾਰਮ ਪ੍ਰੋਟੈਸਟ ਅਗੇਂਸਟ US ਟ੍ਰੇਡ ਡੀਲ। ਉਹਨਾਂ ਨੇ ਕਿਹਾ ਤੁਸੀਂ ਧੋਖਾ ਕਿਸਾਨਾਂ ਨਾਲ ਕੀਤਾ ਔਰ ਬਹੁਤ ਵੱਡੇ ਜਿਹੜੇ ਨੇ ਇਹ ਹੋਣਗੇ ਇਸ ਦੇ ਉੱਤੇ ਪ੍ਰੋਟੈਸਟ ਔਰ ਦੂਸਰੇ। ਔਰ ਬਹੁਤ ਸਾਰੀਆਂ ਸਟੋਰੀਜ਼ ਨੇ ਇਹ ਜਿਹੜੇ ਨੇ ਉਹ ਪਿਊਸ਼ ਗੋਇਲ ਕਹਿ ਰਿਹਾ ਵੀ ਅਸੀਂ ਪ੍ਰੋਟੈਕਟ ਕੀਤਾ, ਹਾਲਾਂਕਿ ਹਕੀਕਤ ਇਹ ਹੈ ਕਿ ਟੋਟਲ ਸਰੈਂਡਰ ਇਹਨਾਂ ਦਾ ਹੈ। ਹੁਣ ਇਸ ਦੀ ਫੋਲੋਅਪ ਇਹ ਸੀ ਕਿਉਂਕਿ ਟਰੰਪ ਨੇ ਤਾਂ ਆਪਣਾ ਦੇ ਦਿੱਤਾ ਵੀ ਕੀ ਹੋਇਆ। ਹੁਣ ਇਹਨਾਂ ਦਾ ਹੀ ਮੀਡੀਆ PTI ਇੰਡੀਆ ਦੀ ਪ੍ਰੈਸ ਟਰਸਟ ਆਫ ਇੰਡੀਆ ਹੈਡਲਾਈਨ ਹੈ ਇੰਡੀਆ ਕਮਿਟਡ ਟੂ no longer purchasing Russian oil, $500 billion of investment into US White House. White House the press secretary Caroline Leavitt said Prime Minister Modi committed to $500 billion of investments into United States, including for transportation, for energy and for agriculture products as well.
ਵੀ $500 ਬਿਲੀਅਨ ਇੰਡੀਆ ਇਨਵੈਸਟ ਕਰੇਗਾ ਇਹਨਾਂ ਸੈਕਟਰਸ ਦੇ ਵਿੱਚ। ਔਰ ਉਹਦੀ ਜਿਹੜੀ ਐਗਜ਼ੈਕਟ ਕੋਟ ਅਨਕੋਟ ਹੈ, ਉਹਨਾਂ ਨੇ ਕਿਹਾ ਕਿ ਵੀ ਜੀ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਹੋਰ ਡੀਲ ਇੰਡੀਆ ਨਾਲ, ਇੱਕ ਹੋਰ ਡੀਲ ਸਾਈਨ ਕੀਤੀ ਹੈ ਜਿਹੜੀ ਓਬਵੀਅਸਲੀ ਵਿਦ ਇੰਡੀਆ। ਮੋਦੀ ਦੇ ਨਾਲ ਉਹਨਾਂ ਦੀ ਫੋਨ ਦੇ ਉੱਤੇ ਗੱਲਬਾਤ ਹੋਈ, ਬਹੁਤ ਚੰਗੀ ਰਿਲੇਸ਼ਨਸ਼ਿਪ ਹੈ ਟਰੰਪ ਔਰ ਮੋਦੀ ਦੀ। ਔਰ ਇੰਡੀਆ ਨੇ ਕਮਿਟ ਕੀਤਾ ਕਿ ਬਿਲਕੁਲ ਉਹ ਰਸ਼ੀਅਨ ਆਇਲ ਅੱਗੇ ਤੋਂ ਨਹੀਂ ਬਾਏ ਕਰੇਗਾ, ਯੂਨਾਈਟਿਡ ਸਟੇਟਸ ਤੋਂ ਕਰੇਗਾ ਜਾਂ ਵੈਨਜ਼ੂਏਲਾ ਤੋਂ ਕਰੇਗਾ। ਔਰ ਇਹ ਅਮਰੀਕਾ ਨੂੰ ਫਾਇਦਾ ਹੋਏਗਾ, ਅਮਰੀਕਨ ਲੋਕਾਂ ਨੂੰ ਫਾਇਦਾ ਹੋਏਗਾ। ਫਿਰ ਉਹਨਾਂ ਨੇ ਕਿਹਾ ਵੀ ਮੋਦੀ ਨੇ $500 ਬਿਲੀਅਨ ਦੀ ਇਨਵੈਸਟਮੈਂਟ ਯੂਨਾਈਟਿਡ ਸਟੇਟਸ ਕਰਨੀ ਕਮਿਟ ਕੀਤੀ ਹੈ, ਜਿਹੜੀ ਫॉर ਟਰਾਂਸਪੋਰਟੇਸ਼ਨ, ਫॉर ਐਨਰਜੀ, ਐਗਰੀਕਲਚਰ ਪ੍ਰੋਡਕਟਸ ਹੈ। ਔਰ ਫਿਰ ਇਸ ਤੋਂ ਪਹਿਲਾਂ ਵੀ ਜਿਹੜੀ ਹੈ ਮਿਸਟਰ ਲੀਏਵਿਟ, ਜਿਹੜਾ ਇੰਡੀਆ US ਟ੍ਰੇਡ ਡੀਲ ਹੋਈ ਹੈ ਉਸ ਦੇ ਉੱਤੇ ਕਮੈਂਟ ਕਰਦੇ ਆ ਮਿਸਟਰ ਲੈਵਿਟ ਨੇ ਕਿਹਾ ਕਿ ਦੋਨਾਂ ਨੇਤਾਵਾਂ ਦੀ ਬੜੀ ਆਪਸੀ ਚੰਗੀ ਗੁਫ਼ਤਗੂ ਹੋਈ, ਗ੍ਰੇਟ ਕਾਲ ਹੋਈ। ਵੈਨ ਇਟ ਕਮਸ ਟੂ ਪ੍ਰਾਈਮ ਮਿਨਿਸਟਰ ਮੋਦੀ, ਟਰੰਪ ਜਿਹੜੇ ਨੇ ਉਹ ਬਹੁਤ ਇੰਜੋਏ ਕਰਦੇ ਨੇ ਉਸ ਰਿਲੇਸ਼ਨਸ਼ਿਪ ਨੂੰ। ਔਰ ਉਹਨਾਂ ਨੇ ਜਿਹੜੀ ਹੈ ਇੰਡੀਆ ਦੇ ਨਾਲ ਜੋ ਡੀਲ ਕੀਤੀ ਹੈ ਉਹਦੇ ਵਿੱਚ ਬਿਲਕੁਲ ਰਸ਼ੀਅਨ ਆਇਲ ਇੰਡੀਆ ਨਹੀਂ ਬਾਏ ਕਰੇਗਾ, ਔਰ ਅਮਰੀਕਨ ਜਿਹੜਾ ਉਹ 0% ਟੈਰਿਫ ਹੋਏਗੀ ਅਮਰੀਕਨ ਪ੍ਰੋਡਕਟਸ 'ਤੇ, $500 ਬਿਲੀਅਨ ਇਨਵੈਸਟ ਕਰੇਗਾ। ਹੁਣ ਇਹਦੇ ਨਾਲ ਹੋਰ ਡੀਟੇਲ ਇਸ ਦੇ ਉੱਤੇ ਹੈ। ਦੂਸਰਾ ਜਿਹੜੇ ਉਹਨਾਂ ਦਾ ਟ੍ਰੇਡ ਰਿਪਰੈਜ਼ੈਂਟੇਟਿਵ ਹੈ US ਦਾ, ਉਹਨਾਂ ਦੀ ਇਹ ਵੀ ਇਹਨਾਂ ਦੀ PTI ਦੀ ਖਬਰ ਹੈ, ਇੰਡੀਆ ਵਿਲ ਲੋਅਰ ਟੈਰਿਫਸ ਔਨ ਵਾਈਡ ਐਰੇ ਆਫ ਅਮਰੀਕਨ ਇੰਡਸਟਰੀਅਲ ਐਗਰੀ ਗੁਡਸ ਟੂ 0%। US ਟ੍ਰੇਡ ਰਿਪਰੈਜ਼ੈਂਟੇਟਿਵ, ਇਹ ਟਰੰਪ ਦੀ ਉਸ ਟਰੂਥ ਸੋਸ਼ਲ ਤੋਂ ਬਾਅਦ ਹੈ, ਪਿਛਲੇ ਕੱਲ੍ਹ ਦੀਆਂ 2 ਦਿਨਾਂ ਦੀਆਂ ਡਿਵੈਲਪਮੈਂਟਸ ਨੇ। US described this as a big win, US ਕਹਿ ਰਹੇ ਅਸੀਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ, while noting that India will continue to control certain key areas that enjoy protection। ਹੁਣ ਇਹਦੇ 'ਚ ਜਿਹੜਾ US said India will lower tariffs on a vast array of American industrial and agriculture goods such as fruits, vegetables to 0%। ਹੁਣ ਅਮਰੀਕਾ ਦੇ ਫਰੂਟ ਖਾਣਗੇ ਇੰਡੀਆ ਵਾਲੇ, ਐਗਰੀਕਲਚਰ ਦਾ ਕੀ ਹਾਲ ਹੋਏਗਾ ਉਹ ਬਾਅਦ 'ਚ ਨਜ਼ਰ ਆਏਗਾ। ਔਰ ਉਹਨਾਂ ਨੇ, ਅਮਰੀਕਾ ਨੇ ਕਿਹਾ ਇਹਨਾਂ ਦੇ ਟ੍ਰੇਡ ਰਿਪਰੈਜ਼ੈਂਟੇਟਿਵ ਨੇ, ਦਿਸ ਇਜ਼ ਇਟ, ਦ ਟਾਈਮ ਹੈਜ਼ ਕਮ ਐਂਡ ਨਾਓ ਵੀ ਹੈਵ ਦ ਡੀਲ, ਵੀ ਵਿਲ ਫਿਨਿਸ਼ ਪੇਪਰਿੰਗ ਇਟ ਬਟ ਵੀ ਨੋ ਦ ਸਪੈਸੀਫਿਕਸ, ਵੀ ਨੋ ਦ ਡਿਟੇਲਸ, ਇਟ ਇਜ਼ ਅ ਵੈਰੀ ਐਕਸਾਈਟਿੰਗ ਓਪਰਚੁਨਿਟੀ, ਉਹਨਾਂ ਦਾ ਟ੍ਰੇਡ ਰਿਪਰੈਜ਼ੈਂਟੇਟਿਵ ਕਹਿ ਰਿਹਾ। ਫਿਰ ਉਹਨਾਂ ਨੇ ਕਿਹਾ ਵੀ US will continue to maintain some level of tariffs against India, 18%, because we have this giant trade deficit with them, but they have also agreed to reduce their tariffs for us on a variety of agriculture products, manufacturing goods, chemicals, medical devices। ਫਿਰ ਉਹਦੀ ਡਿਟੇਲ ਦਿੰਦੇ ਆ ਡੀਲ ਦੇ, ਉਹਨੇ ਕਿਹਾ ਕਿ ਇੰਡੀਆ ਰਾਈਟ ਨਾਓ ਔਨ ਇੰਡਸਟਰੀਅਲ ਗੁੱਡ ਦੈਟ ਐਵਰੇਜ ਟੈਰਿਫ ਇਜ਼ ਅਬਾਊਟ 13.5%। ਉਹ ਜਿਹੜੀ ਹੈ ਹਰ ਇੰਡੀਆ ਜਿਹੜਾ ਹੈ ਉਸ ਦੇ ਉੱਤੇ ਅਸੀਂ ਜਿਹੜਾ ਇਹ ਸਾਰੀਆਂ ਚੀਜ਼ਾਂ ਵੀ ਵਿਲ ਕੰਟੀਨਿਊ ਟੂ ਵਰਕ ਔਨ ਐਕਸੈਸ, ਬਟ ਫॉर ਅ ਵੈਰਾਈਟੀ ਆਫ ਥਿੰਗਸ, ਟਰੀ ਨਟਸ, wine, spirits, fruits, vegetables, etc. they are going down to 0। this is ਵੀ ਇੰਡੀਆ ਉਹਦੇ ਤੇ 0 ਟੈਰਿਫ ਲਾਇਆ, ਕੋਈ ਨਹੀਂ ਹੋਏਗਾ, ਸਾਰੀਆਂ ਚੀਜ਼ਾਂ ਜਾਣਗੀਆਂ। ਔਰ ਇੰਡੀਆ ਜਿਹੜਾ ਉਹ ਬਿਲਕੁਲ ਉਸ ਨੂੰ ਤੱਕ ਕੇ ਕੋਨੇ ਨਾਲ ਲਾ ਦਿੱਤਾ। ਔਰ ਉਹਨਾਂ ਦਾ ਟ੍ਰੇਡ ਰਿਪਰੈਜ਼ੈਂਟੇਟਿਵ ਕਹਿ ਰਿਹਾ ਕਿ ਵੀ ਨੋ ਅਮਰੀਕਨ ਗੁਡਸ ਆਰ ਸੇਫ, ਵੀ ਨੋ ਦੇ ਆਰ ਇਫੈਕਟਿਵ, we have effective regulation in the US, sometimes too effective, so we have an agreement with them on a process for recognizing certain US standards। they obviously have their own political considerations and they have their own processes for accepting those standards, but that is a key portion of this trade agreement that should open up this market of over 1 billion people to US goods। ਕਿ 1 ਬਿਲੀਅਨ ਤੋਂ ਜ਼ਿਆਦਾ ਦੀ ਆਬਾਦੀ ਦਾ ਮੁਲਕ ਜਿਹੜਾ ਉਹ ਹੁਣ ਅਮਰੀਕਨ ਚੀਜ਼ਾਂ ਲਈ ਖੁੱਲ੍ਹੇਗਾ। ਉਹ ਐਗਰੀਕਲਚਰ 'ਚ ਵੀ ਹੋਣੀਆਂ ਨੇ, ਡੇਅਰੀ 'ਚ ਵੀ ਹੋਣੀਆਂ, ਅਤੇ ਇੰਡੀਅਨ ਚੀਜ਼ਾਂ ਜਿਹੜੀਆਂ ਆਉਣਗੀਆਂ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਅਮਰੀਕਨ ਸਟੈਂਡਰਡ ਸਾਡੇ ਬੜੇ ਅੱਪ ਨੇ, ਉਹਦੇ 'ਚੋਂ ਕੁਆਲੀਫਾਈ ਕਰਨਾ ਜ਼ਰੂਰੀ ਹੈ। ਪਰ ਇਹ ਜਿਹੜਾ ਅਮਰੀਕਾ ਦੇ ਲਈ ਇਹ ਬਾਜ਼ਾਰ ਖੋਲ੍ਹ ਦਿੱਤੇ ਨੇ। ਹੁਣ ਇੱਕ ਪਾਸੇ ਤਾਂ ਇਹ ਹੈ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਰਸ਼ੀਆ ਦਾ ਸਪੋਕਸਮੈਨ ਕ੍ਰੈਮਲਿਨ, ਉਹਨਾਂ ਦਾ ਜਿਹੜਾ ਕੈਪੀਟਲ ਹੈ, ਉਹ Russia has not received any message from India about stopping oil purchases। Kremlin spokesman, ਰਸ਼ੀਆ ਨੇ ਡੰਡਾ ਚੁੱਕ ਲਿਆ ਕਿ ਬਈ ਤੁਸੀਂ ਕਹਿ ਆਏ ਹੋ ਕਿ ਵੀ ਰਸ਼ੀਅਨ ਆਇਲ ਨਹੀਂ ਖਰੀਦਣਾ, ਕਹਿੰਦੇ ਸਾਨੂੰ ਤਾਂ ਅਜੇ ਤੱਕ ਦੱਸਿਆ ਨਹੀਂ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਘੇਰ ਕੇ ਜਿਹੜਾ ਗੋਡੇ ਹੀ ਨਹੀਂ ਲਵਾਏ ਹੈ, ਨੱਕ ਰਗੜਾਇਆ, ਔਰ ਇਹ ਬਹੁਤ ਘਾਟੇ ਦਾ ਸੌਦਾ ਹੈ। ਪਰ ਜਿਵੇਂ ਉਹ ਸ਼ੰਕਰਾ ਜਿਹੜਾ ਡਿਫੀਟ ਹੋਇਆ
ਤੇ ਉਹਦੇ ਚੇਲਿਆਂ ਤੋਂ ਜਿਹੜਾ ਉਹ ਰੌਲਾ ਪਵਾਤਾ ਵੀ ਜੀਤ ਗਏ ਆਚਾਰੀਆ ਜੀ, ਜੀਤ ਗਏ। ਸੋ ਇਹਨਾਂ ਨੂੰ ਲੱਗਦਾ ਬੇਵਕੂਫ ਲੋਕ ਨੇ। 43 ਲੱਖ ਜੇ ਮਰ ਗਿਆ ਕੋਵਿਡ-19 ਦੇ ਨਾਲ ਤੇ ਉਹਦੇ ਤੇ ਕੋਈ ਅਕਾਊਂਟੇਬਿਲਟੀ ਆਂਸਰੇਬਿਲਟੀ ਨਹੀਂ ਹੋਈ। ਨੋਟਬੰਦੀ ਹੋਈ, ਲੋਕਾਂ ਦੇ ਲੋਕ ਕਿੰਨੇ ਬੇਕਾਰ ਹੋਏ, ਅੱਜ ਅਨਇੰਪਲੋਇਮੈਂਟ ਕਿਸ ਲੈਵਲ ਤੇ ਹੈ। ਉਹਨਾਂ ਨੂੰ ਲੱਗਦਾ ਵੀ ਇੱਥੇ ਕੋਈ ਫਰਕ ਨਹੀਂ ਪੈਂਦਾ, ਢੋਲ ਵਜਾਈ ਜਾਓ, ਉੱਚੀ ਉੱਚੀ ਬੁਲਾ, ਜਿਵੇਂ ਸੋ ਕਾਲਡ ਆਪਰੇਸ਼ਨ ਸੰਦੂਰ ਕਿੰਨੇ ਮਹੀਨੇ ਕਹੀ ਜਾਂਦੇ ਨੇ ਜੀ ਅਸੀਂ ਜਿੱਤ ਗਏ, ਅਸੀਂ ਜਿੱਤ ਗਏ, ਅਸੀਂ ਬੜਾ ਪ੍ਰੀਸੀਜ਼ਨ ਨਾਲ ਅਟੈਕ ਕੀਤਾ, ਸਾਡੇ ਪਾਇਲਟਾਂ ਨੇ ਇਹ ਕਰਤਾ, ਸਾਡੇ ਡਰੋਨਸ ਨੇ ਇਹ ਕਰਤਾ। ਸੋ ਮੈਨੂੰ ਇਹ ਲੱਗਦਾ ਵੀ ਇਹਨਾਂ ਨੇ ਜਿਹੜਾ ਜੇ ਜਿਸ ਕਿਸਮ ਦਾ ਐਗਰੀਕਲਚਰ ਸੈਕਟਰ 'ਚੋਂ ਆ ਰਿਹਾ, ਅਲਟੀਮੇਟਲੀ ਇਹ ਲੜਾਈ ਉੱਥੇ ਵੀ ਅਗੇਨ ਸਿੱਖ ਕਿਸਾਨਾਂ ਦੇ ਗਾਲੇ ਇਹਨਾਂ ਨੇ ਪਾ ਦੇਣੀ ਹੈ। ਉਹਨਾਂ ਨੇ ਵਿਰੋਧ 'ਚ ਨਿਕਲ ਆਉਣਾ, ਬਾਕੀਆਂ ਨੇ ਜਿਹੜਾ ਉਹ ਭੰਗ ਪੀ ਕੇ ਸੁੱਤੇ ਹੋਣਾ ਜਿਵੇਂ ਉਹ ਕਰਦੇ ਹੀ ਨੇ। ਲੇਕਿਨ ਇਹ ਗੱਲ ਅਗੇਨ ਸ਼ੋ ਕਰਦੀ ਹੈ ਕਿ ਜਿਹੜੀ ਟਰੂਥ ਸਾਹਮਣੇ ਨਜ਼ਰ ਆ ਰਹੀ ਹੁੰਦੀ ਹੈ, ਟਰੰਪ ਨੇ ਕਲੀਅਰ ਕੀਤਾ, ਉਹ ਵਧਾਈਆਂ ਦੇ ਰਿਹਾ ਹੈ, ਉਹਨਾਂ ਦੀ ਵਾਈਟ ਹਾਊਸ ਉਹਨੂੰ ਕਲੀਅਰ ਕਰ ਰਿਹਾ ਹੈ, ਟ੍ਰੇਡ ਰਿਪਰੈਜ਼ੈਂਟੇਟਿਵ ਕਲੀਅਰ ਕਰ ਰਿਹਾ, ਐਗਰੀਕਲਚਰ ਸੈਕਟਰੀ ਕਰ ਰਿਹਾ, ਪਰ ਉਹ ਉੱਥੇ ਢੋਲ ਵਜਾ ਕੇ ਕਹਿ ਰਹੇ ਨੇ ਵੀ ਜਿੱਤ ਗਏ, ਜਿੱਤ ਗਏ। ਬਹੁਤ ਜ਼ਬਰਦਸਤ ਡੀਲ ਕਰਤੀ ਮੋਦੀ ਨੇ, ਇਤਿਹਾਸਕ ਡੀਲ ਕਰਤੀ, ਹਿਸਟੋਰੀਕਲ ਸਰੈਂਡਰ ਦੇ ਤੌਰ ਦੇ ਉੱਤੇ ਇਹ ਡੀਲ ਜਾਣੀ ਜਾਏਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।